ਜੀ ਸਤਨਾਮ ਸ੍ਰੀ ਵਾਹਿਗੁਰੂ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਕਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ काल कृपा कराए। कहाँ बुद्ध प्रभ तुझ हमारी, मरन सके मेहमान जो तुहारी। हम नान सकत कर सिफत तुम्हारी, आप लियो तुम कथा सुधारी। बेशुमार अथाय गणत अतोलै, ज्यों बुलावो त्यों नानक दास बोले। ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਪਿਆਰ ਵਿੱਚ ਭਿੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਇੱਥੇ ਖੁੱਲੇ ਅਸਮਾਨ ਵਿੱਚ ਭਾਵੇਂ ਅੱਤ ਦੀ ਸਰਦੀ ਹੈ, ਪਰ ਫਿਰ ਵੀ ਨੀਲੇ ਦੇ ਸ਼ਾਹ ਸਵਾਰ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੁੜ ਬੈਠੇ ਹੋ। ਮਹਾਨ ਉਦਮ ਉਪਰਾਲਾ ਹੈ ਸਿੱਖ ਚੈਨਲ ਯੂਕੇ ਦਾ, ਔਰ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ, ਉਸਤਾਦ ਕੀਰਤਨੀਏ, ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ। ਸਿੱਖ ਜਗਤ ਦੇ ਮਹਾਨ ਕੀਰਤਨੀਆਂ ਨੂੰ ਬੁਲਾ ਕੇ ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਿਆ। ਅਸਲ ਵਿੱਚ ਜੁੜਨਾ ਹੀ ਜ਼ਿੰਦਗੀ ਹੈ, ਵਿਛੋੜਾ ਤੇ ਦੁੱਖ ਹੈ। ਔਰ ਮੈਂ ਵੀ ਬੇਨਤੀ ਕਰਾਂ ਕਿ ਜੋੜਨ ਵਾਲੇ ਬਹੁਤ ਘੱਟ ਨੇ, ਤੋੜਨ ਵਾਲੇ ਬੜੇ ਨੇ। ਪਰ ਜੋੜਨ ਜਿੱਡਾ ਕੋਈ ਪੁੰਨ ਨਹੀਂ, ਤੋੜਨ ਜਿੱਡਾ ਕੋਈ ਪਾਪ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ ਅਸੀਂ ਪੜ੍ਹਨੇ ਆ। ਸਾਹਿਬ ਕਹਿੰਦੇ ਨੇ, ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਰੱਬ ਦਾ ਪਿਆਰਾ ਐਸਾ ਮਿਲ ਜਾਏ ਜਿਹੜਾ ਹਰੀ ਨਾਲ ਜੋੜ ਦੇਵੇ, ਕਿਉਂਕਿ ਆਪ ਜੁੜ ਬੈਠੇ ਹੋ ਨਾ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ। ਗਹੋਂ ਦਾ ਅਰਥ ਹੁੰਦਾ ਫੜ ਲੈਣੇ। ਮੈਂ ਉਹਦੇ ਚਰਨ ਫੜ ਲਵਾਂ ਜਿਹੜਾ ਉਸ ਮਾਲਕ ਨਾਲ ਜੋੜਦਾ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਮੈਂ ਉਹਦੇ ਧੰਨਵਾਦ ਵਿੱਚ ਚੰਗੇ ਬੋਲ ਬੋਲਾਂ। ਇੱਥੇ ਹੀ ਬਸ ਨਹੀਂ, ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰਦੇ ਆ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਪਿਆਰ ਸਤਿਕਾਰ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਕਿਹਦੇ ਲਈ? ਜਿਹੜਾ ਉਸ ਮਾਲਕ ਨਾਲ ਜੋੜਦਾ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਪਾਤਸ਼ਾਹ ਜੀ ਦੀ ਆਪਣੀ ਪਾਵਨ ਬਾਣੀ, ਉਹਦੇ ਵਿੱਚ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ, ਉਂਝ ਤਾਂ ਦੁਨੀਆ ਤੇ ਬਹੁਤ ਲੋਕ ਆਉਂਦੇ ਨੇ ਤੇ ਚਲੇ ਜਾਂਦੇ ਨੇ, ਪਰ ਕੁਛ ਉਹ ਨੇ ਜਿਨ੍ਹਾਂ ਦਾ ਆਉਣਾ ਧੰਤਾ ਯੋਗ ਹੈ। ਉਹ ਕੌਣ ਨੇ? ਪਾਤਸ਼ਾਹ ਕਹਿੰਦੇ ਨੇ, ਧੰਨ ਜੀਓ ਤੈਂ ਕੋ ਜਗ ਮੈਂ। ਉਹਨਾਂ ਦਾ ਆਉਣਾ ਧੰਤਾ ਯੋਗ ਇਸ ਜਗਤ ਵਿੱਚ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ, ਜਿਹਦੀ ਰਸਨਾ ਤੇ ਸਤਨਾਮ
ਸ੍ਰੀ ਵਾਹਿਗੁਰੂ ਹੈ। ਜਿਹਦੀ ਰਸਨਾ ਉਸ ਮਾਲਿਕ ਦੀ ਸਿਫਤ ਸਲਾਹ ਉਚਾਰਨ ਕਰਦੀ ਹੈ। ਔਰ ਕੇਵਲ ਸਿਫਤ ਸਲਾਹ ਹੀ ਨਹੀਂ, ਕਿਉਂਕਿ ਕਲਗੀ ਵਾਲੇ ਪਾਤਸ਼ਾਹ ਨੇ ਸਾਨੂੰ ਸੰਤ ਵੀ ਬਣਾਇਆ, ਸਾਨੂੰ ਸਿਪਾਹੀ ਵੀ ਬਣਾਇਆ। ਮੇਰੇ ਪਾਤਸ਼ਾਹ ਨੇ ਸਾਨੂੰ ਬਾਣੀ ਵੀ ਦਿੱਤੀ ਹੈ, ਨਾਲ ਬਾਣਾ ਵੀ ਦਿੱਤਾ ਹੈ। ਮੇਰੇ ਪਾਤਸ਼ਾਹ ਨੇ ਜਿੱਥੇ ਬਾਣੀ ਦੀ ਸੂਝ ਬਖਸ਼ਿਸ਼ ਕੀਤੀ ਹੈ, ਉੱਥੇ ਨਾਲ ਕੁਰਬਾਨੀ ਦੀ ਪ੍ਰੇਰਣਾ ਵੀ ਦਿੱਤੀ ਹੈ, ਕਿਉਂਕਿ ਗੁਰਬਾਣੀ ਤੇ ਕੁਰਬਾਨੀ ਦੀ ਸਾਂਝ ਸਿੱਖੀ ਹੈ, ਸ਼ਬਦ ਤੇ ਸ਼ਾਸਤਰ ਦੀ ਸਾਂਝ ਸਿੱਖੀ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਾਂਝ ਸਿੱਖੀ ਹੈ। ਬਾਣੀ ਤੇ ਬਾਣੇ ਦੀ ਸਾਂਝ ਹੈ। ਤੋ ਮੇਰੇ ਸਾਹਿਬ ਕਹਿੰਦੇ ਨੇ ਉਸ ਮਾਲਕ ਦਾ ਨਾਮ ਵੀ ਰਸਨਾ ਤੇ ਹੋਵੇ, ਤੇ ਨਾਲ ਜਿਹੜੇ ਅੰਦਰ ਦੇ ਦੁਸ਼ਮਣ ਨੇ ਉਹਨਾਂ ਨਾਲ ਵੀ ਦੋ ਹੱਥ ਕਰਨੇ ਨੇ, ਜਿਹੜੇ ਬਾਹਰ ਦੇ ਦੁਸ਼ਮਣ ਨੇ ਉਹਨਾਂ ਨਾਲ ਵੀ ਲੋਹਾ ਲੈਣਾ ਹੈ, ਉਹਨਾਂ ਨਾਲ ਵੀ ਦੋ ਹੱਥ ਕਰਨੇ ਨੇ। ਇੱਕ ਤੇ ਉਹ ਵੀ ਸੂਰਮਾ ਹੁੰਦਾ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ में ਸੋ ਕਈਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਇਹ ਵੀ ਸੂਰਮਾ ਹੈ, ਪਰ ਉਹ ਵੀ ਸੂਰਮੇ ਨੇ ਜਿਹੜੇ ਕਹਿੰਦੇ ਨੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਉਹ ਵੀ ਸੂਰਮਾ। ਤਨ ਜਿਉ ਤੈ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ, ਦੇ ਅਨਿਤ ਨਾ ਨਿਤ ਰਹੈ, ਜਸ ਨਾਵ ਚੜੇ ਭਵ ਸਾਗਰ ਤਾਰੇ। ਪਾਤਸ਼ਾਹ ਜੀ ਸਾਨੂੰ ਪ੍ਰੇਰਣਾ ਕਰਦੇ ਨੇ ਕਿ ਸਰੀਰ ਸਦੀਵੀ ਨਹੀਂ ਰਹਿਣਾ, ਇਹ ਮਿੱਟੀ ਦੀ ਢੇਰੀ ਹੈ, ਪਤਾ ਨਹੀਂ ਕਦੋਂ ਮਿੱਟੀ ਨੇ ਮਿੱਟੀ ਵਿੱਚ ਮਿਲ ਜਾਣਾ, ਕਿਉਂਕਿ ਜਿਸ ਦਾ ਜਨਮ ਹੈ ਇੱਕ ਦਿਨ ਉਹਦਾ ਮਰਨ ਵੀ ਹੋਵੇਗਾ। ਸਿੱਖ ਕੌਮ ਕਿਉਂ ਮਾਰਸ਼ਲ ਕੌਮ ਹੈ? ਕਿਉਂ ਸਾਰੀ ਦੁਨੀਆ ਤੇ ਅੱਜ ਸਿੱਖਾਂ ਦੀ ਗੱਲ ਚੱਲਦੀ ਹੈ? ਕਿਉਂ ਬਹੁਤ ਸਾਰੇ ਇਹਨਾਂ ਦੇ ਗੁਣਾਂ ਨੂੰ ਵੇਖ ਕੇ ਨਹੀਂ ਬਰਦਾਸ਼ਤ ਕਰਦੇ? ਉਹਦਾ ਇੱਕੋ ਹੀ ਕਾਰਨ ਹੈ ਕਿ ਗੁਰੂ ਸਵਾਰਿਓ, ਸਾਡੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੈ ਕਿ ਅੰਦਰੋਂ ਸਿੱਖ ਦੇ ਮੌਤ ਦਾ ਭੈ ਹੀ ਖਤਮ ਕਰ ਦਿੱਤਾ ਹੈ। ਮੌਤ ਦਾ ਭੈ ਖਤਮ ਕਰ ਦਿੱਤਾ। ਕਦੇ ਅਬਦਾਲੀ ਨੇ ਵੀ ਪੁੱਛਿਆ ਸੀ, ਕਹਿਣ ਲੱਗੇ ਇਹਨਾਂ 'ਚ ਹੈ ਕੀ ਹੈ? ਤੇ ਜਵਾਬ ਮਿਲਿਆ ਸੀ, ਮੁਰਸ਼ਦ ਇਨਕਾ ਵਲੀ ਭਇਓ ਹੈ। ਇਹਨਾਂ ਦਾ ਜਿਹੜਾ ਮੁਰਸ਼ਦ ਹੈ ਨਾ, ਉਹ ਬੜਾ ਵਲੀ ਹੈ, ਵਲੀ ਔਲੀਆ ਹੈ। मुर्शद इनका वली भयो है, इनको आबे हयात दयो है। इन्हों एक आब कहते ने, पानी नूं हयात कहते ने, जिंदगी नूं। ऐसा इन्हों अमृत दे गया, इन्हां दे अंदरों मौत दा भै ही खत्म हो गया। इनको आबे हयात दयो है, ऐसी गयो कलाम बताए हैं, जिससे सुधा बनाए लए हैं। ऐसा कलाम दे गया जिहदे नाल ये आप अमृत तैयार करते हैं। ते पुछया कि उहदा कोई असर भी है? गजब असर तिसका हम देखा, बुझ दिल होवत सिंह बसेखा। कहते ने ऐसा कमाल दा असर है उस अमृत दा कि बुझ दिल बंदा भी जदों पी लैंदा ते वह भी शेर बन जाता है। गजब असर तिसका हम देखा, बुझ दिल होवत सिंह बसेखा। अवर सबन को जीव 84, मानते आप ताए अविनाशी। ਕਹਿੰਦੇ ਨੇ ਬਾਕੀ ਤੇਰੇ ਵਰਗਿਆਂ ਨੂੰ ਸਾਰਿਆਂ ਨੂੰ ਇਹ 84 ਦਾ ਮਾਲ ਹੀ ਸਮਝਦੇ ਨੇ ਤੇ ਆਪਣੇ ਆਪ ਨੂੰ ਅਬਨਾਸ਼ੀ ਸਮਝਦੇ ਨੇ ਕਿ ਖਾਲਸਾ ਕਦੇ ਨਾਸ ਹੋਣ ਵਾਲਾ ਨਹੀਂ। ਕਾਰਨ ਕੀ ਹੈ? ਕਿਉਂਕਿ ਖਾਲਸਾ ਪ੍ਰਗਟ ਹੋਇਆ ਹੈ। ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਨਾ ਜੀ,
ਉਹ ਕਦੇ ਮਿਟਦੀ ਨਹੀਂ, ਉਹਨੂੰ ਕੋਈ ਮਿਟਾ ਨਹੀਂ ਜੇ ਸਕਦਾ। ਇਹੀ ਕਾਰਨ ਹੈ ਤੁਹਾਨੂੰ ਮਿਟਾਉਣ ਵਾਲੇ ਬੜੇ ਆਏ, ਪਰ ਆਪ ਮਿਟ ਗਏ ਪਰ ਨਹੀਂ ਮਿਟਾ ਸਕੇ, ਕਿਉਂਕਿ ਖਾਲਸਾ ਜੁਗੋ ਜੁਗ ਅਟਲ ਹੈ। ਅੰਦਰੋਂ ਮੌਤ ਦਾ ਭੈ ਖਤਮ ਕਰ ਦਿੱਤਾ। ਤੋ ਮੇਰੇ ਪਾਤਸ਼ਾਹ ਜੀ ਦਾ ਪਾਵਨ ਬਚਨ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਦੇ ਅਨਿਤ ਨਾਨਿਤ ਰਹੈ, ਜਸ ਨਾਵ ਚੜੇ ਭਵ ਸਾਗਰ ਤਾਰੇ। ਕਹਿੰਦੇ ਨੇ ਜਸ ਦੀ ਨਾਵ ਵਿੱਚ ਬਹਿ ਕੇ ਇਸ ਭਵ ਸਾਗਰ ਨੂੰ ਪਾਰ ਕਰਨਾ। ਮਤਲਬ ਕੀ ਹੈ ਕਿ ਆਏ ਆ ਤੇ ਇੱਥੇ ਜਸ ਖੱਟ ਕੇ ਲੈ ਕੇ ਜਾਣਾ। ਇੱਕ ਅਦੀਬ ਦਾ ਬੜਾ ਪਿਆਰਾ ਕਥਨ ਹੈ, ਉਹ ਕਹਿੰਦੇ ਨੇ ਕਿ वो चाल चल कटे खुशी से जिंदगी तेरी, वो काम कर सब तुझे याद किया करे। ਕਹਿੰਦੇ ਨੇ ਜੇ ਜਗਤ ਵਿੱਚ ਆਇਆ ਤੇ ਉਹ ਕੰਮ ਕਰਕੇ ਤੈਨੂੰ ਸਾਰੇ ਹੀ ਯਾਦ ਕਰਨ। ਇਹ ਨਹੀਂ ਕਿ ਮੋਦੀ ਵਾਂਗੂ ਲਾਹਨਤਾਂ ਹੀ ਖੱਟ ਕੇ ਲੈ ਜਾ। वो चाल चल के कटे खुशी से जिंदगी तेरी, वो काम कर सब तुझे याद किया करें। जिस महफिल में भी हो तेरा ही जिक्र खैर, तेरा नाम भी ले तो अदब से लिया करे। तेनू पिछों भी कोई याद करे ते चंगे शब्दां दे नाल इत्थे जस खट के जाना। मैनू एक गल याद आई, धन गुरु गोबिंद सिंह महाराज जी आनंदपुर साहिब की धरती ते ने दीवान सज्जिया होया। दीवान की समाप्ति तो बाद एक सिख ने आके बेनती की, कहन लगे पातशाह जेड़ा फलाना बंदा सी ना तुहाडे गुआंढ विच, वो चलाना कर गया। बड़े ध्यान नाल सरवण करो। कहन लगे जी फलाना मनुख जेड़ा सी वो चलाना कर गया। ते पातशाह जी हस के कहंदे ने नहीं मैं नहीं मानदा। उन्हें कहा नहीं महाराज मैं आप वेख्या ओहदा मृतक शरीर घर विच पिया है, सारा परिवार रुदन करदा है, वरलाप पिया करदा है, वो चलाना कर गया। पातशाह जी कहंदे ने तू भी ठीक आखदा कर गया होवेगा, पर मैं नहीं मानदा। बड़ा हैरान होया महाराज, नाले कहंदे हो तू भी ठीक आखदा, नाले कहंदे हो मैं नहीं मानदा, इहदा कारण की? ते मेरे पातशाह जी बड़ा प्यारा बचन करदे ने, कहंदे ने कबहू रण जूझियो नहीं, कछ दे जस न लीन। कहंदे ने वो ते एडा माड़ा बंदा सी, उन्हें कदी तत्ते थां पैर ही नहीं सी रखिया। वो ते एडा कंबख्त सी, कदे हथों दे के उन्हें जस खटिया ही कोई नहीं। कबहू रण जूझियो नहीं, किछ दे जस न लीन, ग्राम बस्त जानियो नहीं, जम को किन कह दीन। कहंदे ने उन्होंने महल्ले च पिंड च ते उन्होंने जानदा कोई नहीं सी, ते जमा नूं किन्ने दस दिता कि इत्थे ही रहिंदा जे। भाव की है कि जे जगत विच आए आ ते इत्थे आके जस खट के जाना है। मेरे पातशाह जी कहंदे ने कि इत्थे आया दे अनित नानित रहे, जस नाव चढ़े भव सागर तारे। एक होर बड़ा प्यारा बचन कर दिता, धीरज धाम बनाए है तन। कहंदे ने इस तन नूं धीरज दा घर बनाना है। ख्याल करियो, बहुत घट लोग ने जिन्हां कोल धीरज है। अज बहुते लोकी धीरज तो ही टुटे हुए ने। धीरज ना होण करके ही ये सारे पुआड़े पैंदे ने। औरंगजेब नूं कलगी वाले पातशाह ने जदों जफरनामा लिखिया सी ना, ते उहदे विच उहने एक बड़ी कमाल दी गल पातशाह जी ने कही औरंगजेब नूं। मेरे पातशाह जी कहंदे ने कि खुश गुफ्त फरदौसीए खुश जुबान। कहन लगे औरंगजेब वेख फरदौसी ने किन्नी कमाल दी गल कही है। वो गल केड़ी सी? खुश गुफ्त फरदौसीए खुश जुबान के शताबी ए बवदकारे आहर मना। कहंदे ने काली करना हमेशा शैताना दा काम हुंदा है, सियाणे बंदे कदे भी काली नहीं करते। अज जिन्हां लोकां ने ना कानून बनाए ने, कादे च बनाए ने? काली च। काली च कानून बना के ते लोकां दे सामने लिया के भी शायद लोकां नूं पता ही ना लगे। इन्हां दे भी दिमाग च विच सी कि असीं ते बड़े शातर दिमाग हाँ, इन्हां नूं ते पता ही नहीं लगना, जट जिमींदार बंदे ने, इन्हां नूं की पता लगदा, टेबल ते इन्हां नूं गल ही नहीं करनी।
ਪਰ ਇਹ ਨਹੀਂ ਸੀ ਪਤਾ ਕਿ ਹੁਣ ਤੂੰ ਪੰਗਾ ਕਿਸੇ ਹੋਰ ਨਾਲ ਪਾ ਲਿਆ, ਗੁਰੂ ਕੇ ਸਿੱਖਾਂ ਨਾਲ। ਇਹ ਕਿਰਤੀਆਂ ਦੇ ਨਾਲ ਤੇਰਾ ਵਾਹ ਪੈ ਗਿਆ। ਹੁਣ ਤੇ ਅੰਦਰੋਂ ਪਛਤਾਵਾ ਬੜਾ ਲੱਗਦਾ। ਕਹਿੰਦੇ ਨੇ ਹੱਦ ਹੋ ਗਈ, ਇਹ ਕਿਸਾਨ ਨੇ। ਇਹ ਤੇ ਜਦੋਂ ਗੱਲ ਕਰਦੇ ਨੇ ਤੇ ਇਹਨਾਂ ਨੇ ਲੈਪਟਾਪ ਖੋਲ ਕੇ ਰੱਖੇ ਹੁੰਦੇ ਨੇ, ਨੋਟਿਸ ਤਿਆਰ ਕਰਦੇ ਰਹਿੰਦੇ ਨੇ। ਇਹ ਤੇ ਵਕੀਲਾਂ ਨੂੰ ਗੱਲ ਨਹੀਂ ਕਰਨ ਦਿੰਦੇ। ਕਿਉਂਕਿ ਮੇਰੇ ਗੁਰੂ ਨੇ ਐਸੀ ਪ੍ਰੇਰਣਾ ਦਿੱਤੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਇਸ ਤਨ ਨੂੰ ਧੀਰਜ ਦਾ ਘਰ ਬਣਾਉਣਾ ਹੈ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਤੁਹਾਡੇ ਗੁਣਾਂ ਵੱਲ ਵੇਖ ਕੇ ਨਾ ਤੇ ਇਹਨਾਂ ਨੂੰ ਇੱਕ ਇਹ ਬੜੀ ਜੈਲਸੀ ਹੁੰਦੀ ਹੈ ਕਿ ਪੰਜਾਬ ਹੀ ਕਿਉਂ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ, ਪੰਜਾਬ ਵਾਲੇ ਕਿਉਂ ਇੰਨੇ ਜਾਗਰਤ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਵੀ ਇਸ ਦੇਸ਼ ਤੇ ਭੀੜ ਪਈ ਏ, ਪਹਿਲਾਂ ਉੱਠੇ ਹੀ ਪੰਜਾਬ ਵਾਲੇ ਨੇ। ਪੰਜਾਬ ਤੋਂ ਸਿਵਾ ਕੋਈ ਨਹੀਂ ਉੱਠਿਆ। नहीं तो इतिहास पढ़ के देख लो। फिर उठी आखिर सदा तौहीद की पंजाब से, हिंद को एक मर्दे कामल ने जगाया ख्वाब से। गुरु नानक आए पंजाब की धरती तो, जिन्हां ने इस हिंदुस्तान नूं सुत्ते नूं जगा दिता। और जगा ही सकदा जिहड़ा आप जागदा होवे, जिहड़ा आप सुत्ता होवे वो दूजे नूं नहीं जगा सकदा। धीरज ताम बनाए है तन, बुद्ध सो दीपक ज्यों जियारे। मेरा खालसा होवे जिहड़ा रोशन दिमाग होवे, डल दिमाग नहीं। ते करना की है, ज्ञाने की बढ़नी मनो हाथ ले है। बढ़नी कहंदे ने बौकर नूं, झाड़ू नूं। कहंदे ने ज्ञान दी झाड़ू होवे, ज्ञान दा झाड़ू होवे कोल, ज्ञान दी बौकर कोल होवे ते उस बौकर दे नाल हूंजना की है, कातरता कुतवार बुहार है। जिन्ना कायरता दा कूड़ा है ना, वो हूंज के अंदरों बाहर सुट देवे। ते मेरे पातशाह जी ने ते आप उन्हां दे पावन बचन जदों असीं पढ़ने आ ते मेरे पातशाह जी आप वो कुछ करके विखा दिता है जिहदे नाल कायरता नां दी चीज गुरु के सिख दे नेड़े नहीं आ सकदी। मेरे साहब जी कहते ने देह शिवा वर मोह है, शुभ कर्मन ते कबहू ना डरो, ना डरो और सो जब जाए लरो, निश्चय करे अपनी जीत करो। मेरे पातशाह ते मंग की मंगदे ने। साहब कहते ने हे रव हे सस हे करना निध, मेरी अबै बिनती सुन लीजै, और ना मांगत हूं तुम ते कश। मैं तेरे कोल होर कुछ नहीं मंगदा, मैं राज भाग नहीं मंगदा, मैं धन दौलत नहीं मंगदा, मैं धीआं पुत्र नहीं मंगदा तेरे कोलों। हे वाहिगुरु मेरी एक मंग है, और ना मांगत हूं तुम ते कश, चाहत हो चित में सोई कीजै। ते मंग की है, शस्त्रन स्यों अत हीरण भीतर, जूझ मरो तो साच भतीजै। हे संत सहाय सदा जग माहे, किरपा कर श्याम यह वर दीजै। हे संतां दी सहायता करन वाले, किरपा कर मैं सच दी खातर मैदाने जंग विच जूझदा होया शहादत दा जाम पी जा। है कोई दुनिया ते ऐसा रहबर? दुनिया दे लोग जीवन मंगदे ने, बहुता जीवन मंगीए मूआ ना लोड़े कोई। पर कलगी वाले पातशाह तेरी हर चीज न्यारी है। मेरे पातशाह कहंदे ने पंथ वसे मैं उजड़ा, मन चाओ कनेरा। इत्थे ही बस नहीं, अपने पुत्रां दियां लाशां कोल भी मुस्कुरा के लंघ गए। अंदर एक भावना सी कि मैं सच दी आवाज नूं बुलंद करना है, सच दी आवाज नूं। अज तुसीं बैठे हो किस वास्ते? हक ते सच दी लड़ाई वास्ते। किसे दा हक खोना भी पाप है, पर खुआ लेना भी पाप है। किसे नूं दबाना भी पाप है, पर दब जाना भी पाप है। दूजे नूं दूजे दा हक कोई क्यों खोए? ये प्रेरणा सानू सतगुरु जी ने दिती। और गुरु सवारियो अपने पुत्रां दियां लाशां कोलों कलगी वाला पातशाह मुस्कुरा के लंघ गया सी, इस सच दी खातर। और कमाल दी गल है, जदों नक्शा सामने आउंदा है ना, ते दो पुत्रां दियां लाशां पईयां ने, ते कलगी वाले पातशाह ते भाई दया सिंह पिछे पिछे।
ਜਦੋਂ ਸਿੰਘਾਂ ਨੇ ਕਹਿ ਦਿੱਤਾ ਸੀ ਵੀ ਪਾਤਸ਼ਾਹ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ, ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦੇ ਨੇ, ਬੜੇ ਧਿਆਨ ਨਾਲ ਸਰਵਣ ਕਰਿਓ, ਕਹਿ ਕੇ ਮੈਂ ਸਮਾਪਤੀ ਕਰਾਂ। ਸਤਿਗੁਰੂ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਓ ਨੇ ਮਾਛੀ ਵਾੜੇ ਦੇ ਵੱਲ। ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ। ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਕੈਸਾ ਜਿਗਰਾ ਹੈ, ਪੁੱਤਰ ਦੀ ਲਾਸ਼ ਸਾਹਮਣੇ ਪਈ ਹੈ। ਰੱਬ ਨਾ ਕਰੇ ਕਿਸੇ ਦਾ ਪੁੱਤਰ ਚਲਾਣਾ ਕਰ ਜਾਏ ਨਾ ਜੀ, ਘਰ ਵਿੱਚ ਫੋਟੋ ਲੱਗੀ ਹੋਵੇ ਤੇ ਮਾਪੇ ਵੇਂਦੇ ਨੇ ਤੇ ਭੁੱਬਾਂ ਨਿਕਲ ਜਾਂਦੀਆਂ, ਪਰ ਸਾਹਮਣੇ ਲਾਸ਼ਾਂ ਪਈਆਂ ਨੇ। ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਕਹਿਣ ਲੱਗੇ, ਓਏ ਹੱਦ ਹੋ ਗਈ, ਏਡਾ ਨਿਰਮੋਹੀ ਬਾਪ। ਇੱਥੇ ਤੇ ਜਿਹੜੇ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ, ਮਾਪੇ ਉਹਨਾਂ ਦੇ ਵੀ ਸਾਈਂ ਸਾਹ ਜਿਉਂਦੇ ਨੇ, ਪਰ ਪੁੱਤਰ ਕੁਝ ਮੰਗਦਾ ਤੇ ਨਹੀਂ ਸੀ, ਇੱਕ ਇਸ਼ਾਰੇ ਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ। ਭਾਈ ਦਇਆ ਸਿੰਘ ਕਹਿੰਦੇ ਨੇ, ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ। ਤੇ ਮੇਰੇ ਸਾਹਿਬ ਕਹਿਣ ਲੱਗੇ, ਦਇਆ ਸਿੰਘਾ ਤੂੰ ਰੁਕ ਕਿਉਂ ਗਿਆ, ਇਹ ਤੇ ਆਪਣਾ ਪੰਧ ਮੁਕਾ ਚੁੱਕੇ ਨੇ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ। ਐਵੇਂ ਨਹੀਂ ਆਖਿਆ, ਉਹਦੇ ਇੱਕ ਹੱਥ ਬਾਜ, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬਹੁਤ ਲੰਮੀ, ਉਹਦਾ ਸਮਾਂ ਬੜਾ ਥੋੜਾ। ਬੜੇ ਥੋੜੇ ਸਮੇਂ ਵਿੱਚ ਬੜਾ ਲੰਮਾ ਪੰਧ ਤੈਅ ਕੀਤਾ ਕਲਗੀ ਵਾਲੇ ਪਾਤਸ਼ਾਹ ਨੇ। ਦਇਆ ਸਿੰਘਾ ਇਹ ਆਪਣਾ ਪੰਧ ਮੁਕਾ ਚੁੱਕੇ ਨੇ। ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਮੈਨੂੰ ਇੰਨੀ ਗੱਲ ਦੱਸ ਦੇ ਕਿ ਤੇਰੇ ਤੀਰਾਂ ਦੀ ਨੋਕ ਤੇ ਸੋਨਾ ਕਿਉਂ ਲੱਗਾ ਹੁੰਦਾ ਸੀ। ਪਾਤਸ਼ਾਹ ਕਹਿੰਦੇ ਨੇ, ਦਇਆ ਸਿੰਘਾ ਜੇ ਕਿਤੇ ਮੇਰੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ, ਉਹਦਾ ਇਲਾਜ ਕਰਨ ਲਈ ਪੈਸੇ ਨਹੀਂ, ਉਸ ਸੋਨੇ ਨੂੰ ਵੇਚ ਕੇ ਉਹਦਾ ਇਲਾਜ ਕਰਵਾ ਸਕੇ, ਆਪਣਾ ਇਲਾਜ ਕਰਵਾ ਲੈ। ਜੇ ਕੋਈ ਚਲਾਣਾ ਕਰ ਜਾਏ, ਉਹਦਾ ਅੰਤਮ ਕਿਰਿਆ ਕਰਮ ਕਰਨ ਲਈ ਪੈਸਾ ਨਹੀਂ, ਉਸ ਸੋਨੇ ਨੂੰ ਵੇਚ ਕੇ ਉਹਦਾ ਅੰਤਮ ਕਿਰਿਆ ਕਰਮ ਕੀਤਾ ਜਾ ਸਕੇ। ਤੇ ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ। ਕਹਿਣ ਲੱਗੇ, ਦੂਜਿਆਂ ਦੇ ਪੁੱਤਰਾਂ ਦੇ ਅੰਤਮ ਕਿਰਿਆ ਕਰਮ ਕਰਨ ਲਈ ਤੀਰਾਂ ਦੀ ਨੋਕ ਤੇ ਸੋਨਾ ਲਾ ਲਾ ਕੇ ਦੇਣ ਵਾਲਿਆ, ਤੇਰੇ ਦੋਵੇਂ ਪੁੱਤਰ ਬਿਨਾਂ ਕਫਣਾ ਤੋਂ ਪਏ ਨੇ, ਇਹਨਾਂ ਨੂੰ ਕੌਣ ਟਕੇਗਾ। ਕਹਿਣ ਲੱਗੇ, ਦਇਆ ਸਿੰਘਾ ਫਿਰ ਤੂੰ ਕੀ ਕਰੇਂਗਾ। ਤੇ ਭਾਈ ਦਇਆ ਸਿੰਘ ਕਹਿੰਦੇ ਨੇ, 2 ਗਜ ਕੱਪੜਾ ਹੀ ਇਸ ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗਿਆ, ਕਹਿੰਦਾ ਤੁਰ ਤੂੰ ਪਤਾ ਹੀ ਦਇਆ ਸਿੰਘਾ, ਕਫਨ ਸੂਰਮੇ ਵਾਸਤੇ ਬੱਜ ਹੁੰਦਾ। ਜੇਕਰ ਇਹਨਾਂ ਨੂੰ ਕਫਨਾਂ ਦੀ ਲੋੜ ਹੁੰਦੀ, ਮਰਦੇ ਘਰੀ ਇਹ ਪਲੰਘਾਂ ਨਵਾਰੀਆਂ ਤੇ ਇਹ ਬੇਕਫਨ ਲਾਸ਼ਾਂ ਪਰਦੇ ਪਾਣ ਗਈਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਇੱਕ ਗੱਲ ਹੋਰ ਬੜੀ ਕਮਾਲ ਦੀ ਕਹਿ ਦਿੱਤੀ ਮੇਰੇ ਪਾਤਸ਼ਾਹ ਨੇ। ਕਹਿਣ ਲੱਗੇ, ਦਇਆ ਸਿੰਘ ਨੂੰ ਆਖਿਆ, ਸੱਜਣਾ ਓਏ ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋ ਬੇੜੀ, ਜਾਂ ਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ। ਦੋਹਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦੋਹਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦਇਆ ਸਿੰਘਾ ਤੂੰ ਮੈਨੂੰ ਨਰਮੋਈ ਵੀ ਆਖਿਆ, ਮੈਨੂੰ ਭਾਵੇਂ ਮਿਹਣੇ ਵੀ ਦਿੱਤੇ ਨਹੀਂ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ। ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ, ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ। ਮੈਂ ਇਹ ਨਹੀਂ ਕਿਸੇ ਨੂੰ ਕਹਿਣ ਦੇਣਾ। ਐਸਾ ਰਹਿਬਰ ਕੋਈ ਹੈ ਦੁਨੀਆ ਤੇ। ਗੁਰੂ ਸਵਾਰਿਓ, ਉਸ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੀਹਾਂ 'ਚ ਖੜੇ ਕਰਕੇ ਸਾਨੂੰ ਇਹ ਪਹਿਚਾਣ ਦਿੱਤੀ। ਔਰ ਅੱਜ ਕਿਉਂ ਇੰਨਾ ਦੁੱਖ, ਕਿਉਂਕਿ ਦੂਜਿਆਂ ਦੇ ਗੁਣ ਵੇਖ ਕੇ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਤੁਹਾਡੀ ਜਿਹੜੀ ਚੜ੍ਹਦੀ ਕਲਾ ਹੈ ਨਾ, ਉਹ ਬਰਦਾਸ਼ਤ ਨਹੀਂ ਹੁੰਦੀ। ਔਰ ਹਰੇਕ ਲੋੜਵੰਦ ਦੀ, ਗਰੀਬ ਦੀ ਬਾਹ ਫੜਨੀ ਖਾਲਸੇ ਦਾ ਧਰਮ ਹੈ। ਗੁਰੂ ਸਵਾਰਿਓ, ਅੱਜ ਵੀ ਅਸੀਂ ਹੱਕ ਤੇ ਸੱਚ ਦੀ ਖਾਤਰ ਜਿੱਥੇ ਖਾਲਸਾ ਪੰਥ ਡਟਿਆ, ਉੱਥੇ ਬਾਕੀ ਵੀ ਸਾਡੇ ਸਾਰੇ ਵੀਰ ਡਟੇ ਹੋਏ ਨੇ, ਚੜ੍ਹਦੀ ਕਲਾ ਵਿੱਚ ਨੇ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ।
ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਨੂੰ ਇਹ ਕਹਿਣ ਵਾਲਾ ਕਿ ਮੈਂ ਤੇ ਜੀ ਦੇਸ਼ ਦਾ ਚੌਕੀਦਾਰ ਹਾਂ, ਪਰ ਇਹ ਉਹ ਚੌਕੀਦਾਰ ਨਹੀਂ ਜਿਹੜੇ ਦੂਜਿਆਂ ਨੂੰ ਕਹਿੰਦੇ ਨੇ ਜਾਗਦੇ ਰਹੋ। ਇਹ ਉਹ ਚੌਕੀਦਾਰ ਹੈ ਜਿਹੜਾ ਕਹਿੰਦਾ ਕਿ ਤੁਸੀਂ ਸੌਂ ਜਾਓ, ਮੈਂ ਆਪੇ ਸਭ ਕੁਝ ਲੁੱਟ ਲੈਣਾ, ਮੈਂ ਕਿਸੇ ਦੇ ਹੱਥ ਆਉਣ ਹੀ ਕੁਝ ਨਹੀਂ ਦੇਣਾ। ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿੱਥੇ ਹੱਠ ਹੰਕਾਰ ਨਾਲ ਮਿਲੇ ਸ਼ਕਤੀ, ਉੱਥੇ ਜਿੱਤ ਕੀ ਏ, ਉੱਥੇ ਹਾਰ ਕੀ ਏ। ਜਿੱਥੇ ਕਮਲਿਆਂ ਹੱਥ ਤਲਵਾਰ ਆ ਜਾਏ, ਉੱਥੇ ਫੁੱਲ ਕੀ ਏ, ਉੱਥੇ ਖਾਰ ਕੀ ਏ। ਜਿੱਥੇ ਮਾਇਆ ਦਾ ਮੋਹ ਮਹਾਨ ਹੋ ਜਾਏ, ਉੱਥੇ ਦੇਸ਼ ਕੀ ਦੇਸ਼ ਪਿਆਰ ਕੀ ਏ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ, ਫਿਰ ਚੋਰ ਕੀ ਏ, ਚੌਕੀਦਾਰ ਕੀ ਏ। ਇਹ ਤੇ ਉਹ ਨੇ ਜਿੱਥੇ ਵਾੜ ਹੀ ਪਈ ਖੇਤ ਨੂੰ ਖਾਂਦੀ ਏ। ਪਰ ਐਵੇਂ ਐਡਾ ਵੀ ਜ਼ਾਲਮ ਨਾ ਹੋ ਹਾਕਮ, ਕੁਝ ਤੇ ਰੱਬ ਦਾ ਰੱਖ ਲੈ ਖੋ ਮੋਦੀ। ਕਹਿਣ ਲੱਗੇ ਕੁਝ ਤੇ ਰੱਬ ਦਾ ਰੱਖ ਲੈ ਖੋ ਮੋਦੀ। ਤੂੰ ਰੱਬ ਦਾ ਭੈ ਰੱਖ, ਤੂੰ ਰੱਬ ਦਾ ਡਰ ਤੇਰੇ ਅੰਦਰ ਹੋਣਾ ਚਾਹੀਦਾ ਹੈ। ਤੇਰੀ ਜਾਨ ਨੂੰ ਰੋਣ ਪੈ ਕਿੰਜ ਲੋਕੀ, ਹੁਣ ਤੇ ਪੱਥਰਾ ਤੂੰ ਪਿਗਲ ਪੋ ਮੋਦੀ। ਹੱਕ ਜਿਨ੍ਹਾਂ ਦੇ ਖੋਵਣੇ ਚਾਹਵਣਾ ਏ, ਹਿੱਕ ਡਾਹ ਕੇ ਲੈਣਗੇ ਖੋ ਮੋਦੀ। ਤੈਨੂੰ ਲੋਕਾਂ ਦੇ ਪੁੱਤਾਂ ਦੀ ਸਾਰ ਹੁੰਦੀ ਹੁੰਦਾ, ਤੂੰ ਵੀ ਜੇ ਕਿਸੇ ਦਾ ਪਿਓ ਮੋਦੀ। ਤੇਰਾ ਤੇ ਆਪਣਾ ਬਾਲ ਬੱਚਾ ਹੀ ਕੋਈ ਨਹੀਂ, ਤੈਨੂੰ ਕੀ ਸਾਰੇ ਲੋਕਾਂ ਦੇ ਪੁੱਤਰਾਂ ਦੀ। ਪਰ ਮੈਂ ਇੱਕ ਬੇਨਤੀ ਕਰਨੀ ਚਾਹਨਾ, ਦੇਖੋ ਅੱਜ ਬੜਾ ਧੱਕਾ ਕੀਤਾ ਜਾ ਰਿਹਾ, ਤੁਸੀਂ ਸਾਰੇ ਰੋਜ਼ ਸੁਣਦੇ ਹੋ, ਕੋਈ ਕਹਿਣ ਦੀ ਗੱਲ ਨਹੀਂ। ਪਰ ਮੈਂ ਇੱਕ ਇਸ ਦੇਸ਼ ਦੇ ਹਾਕਮ ਨੂੰ ਗੱਲ ਕਹਿਣੀ ਚਾਹਨਾ ਭਈ ਇੱਕ ਗੱਲ ਯਾਦ ਰੱਖੀ, ਜਿਨ੍ਹਾਂ ਲੋਕਾਂ ਦੇ ਮੂੰਹ ਵਿੱਚ ਪਾਈ ਰੋਟੀ, ਹੱਕ ਉਹਨਾਂ ਦੇ ਖੋਹਣੇ ਚਾਹਵਣਾ ਹੈ। ਜਿਹੜਾ ਦੇਸ਼ ਦਾ ਕਿਸਾਨ ਲੋਕਾਂ ਦੇ ਮੂੰਹ ਵਿੱਚ ਰੋਟੀ ਪਾਉਂਦਾ, ਹੱਕ ਉਹਨਾਂ ਦੇ ਖੋਹਣੇ ਚਾਹਵਣਾ ਹੈ। ਅੱਛੇ ਦਿਨਾਂ ਦਾ ਲਾਰਾ ਲਾ ਵੋਟ ਲੈ ਲੈ ਵੀ ਹੁਣ ਜੀ ਅੱਛੇ ਦਿਨ ਆਉਣ ਵਾਲੇ ਨੇ। ਅੱਛੇ ਦਿਨਾਂ ਦਾ ਲਾਰਾ ਲਾ ਵੋਟ ਲਾ ਲੈ। ਤੇਰੀ ਕੀ ਔਕਾਤ ਵਿਖਾਣ ਲੱਗਾ, ਹੁਣ ਤੂੰ ਆਪਣੀ ਔਕਾਤ ਵਿਖਾਣ ਤੇ ਆ ਗਿਆ। ਤੋਹਫੇ ਵਜੋਂ ਤੂੰ ਕਾਲੇ ਕਾਨੂੰਨ ਦਿੱਤੇ, ਇਹ ਚੰਗਾ ਤੋਹਫਾ ਦਿੱਤਾ। ਤੋਹਫੇ ਵਜੋਂ ਤੂੰ ਕਾਲੇ ਕਾਨੂੰਨ ਦਿੱਤੇ, ਜ਼ਿਮੀਂਦਾਰਾਂ ਨੂੰ ਇੰਜ ਭਰਮਾਣ ਲੱਗਾ, ਜ਼ਿਮੀਂਦਾਰਾਂ ਨੂੰ ਭਰਮਾਉਂਦਾ ਵੀ ਇਹ ਕਾਨੂੰਨ ਬੜੇ ਚੰਗੇ ਨੇ। ਤੋਹਫੇ ਵਜੋਂ ਤੂੰ ਕਾਲੇ ਕਾਨੂੰਨ ਦਿੱਤੇ, ਜ਼ਿਮੀਂਦਾਰਾਂ ਨੂੰ ਇੰਜ ਭਰਮਾਣ ਲੱਗਾ, ਪਰ ਜ਼ਿਮੀਂਦਾਰਾਂ ਦਾ ਰਾਖਾ ਹੈ ਗੁਰੂ ਨਾਨਕ। ਤੂੰ ਵੱਟੇ ਆਪਣੀ ਬੇੜੀ ਚ ਪਾਣ ਲੱਗਾ, ਤੂੰ ਤੇ ਆਪਣੀ ਬੇੜੀ ਚ ਆਪ ਵੱਟੇ ਪਾ ਰਿਹਾ। ਪਰ ਇੱਕ ਗੱਲ ਯਾਦ ਰੱਖੀ, ਇਸ ਦੇਸ਼ ਦੇ ਹਾਕਮ, ਇੱਥੇ ਜੋ ਵੀ ਕੋਈ ਕਰਦਾ ਹੈ ਨਾ, ਜਿਹਾ ਬੀਜੇ ਸੋ ਲੁਣੈ, ਕਰਮਾ ਸੰਧੜਾ ਖੇਤ। ਜੋ ਕੋਈ ਬੀਜਦਾ ਉਹ ਹੀ ਵੱਢਣਾ ਪੈਂਦਾ। ਵੰਡੇ ਦੇਸ਼ ਨੂੰ ਧਰਮ ਦੇ ਨਾਂ ਉੱਤੇ, ਪਰ ਲੇਖਾ ਰੱਬ ਸਭ ਦਾ ਵੱਖੋ ਵੱਖ ਲੈਣਾ। ਮੋਦੀ ਭੱਜ ਲੈ ਜਿੱਧਰ ਨੂੰ ਭੱਜਣਾ ਏ, ਹੁਣ ਗੋਡਾ ਧੌਣ ਤੇ ਤੇਰੀ ਹੁਣ ਰੱਖ ਲੈਣਾ। ਔਰ ਇੱਕ ਗੱਲ ਯਾਦ ਰੱਖੀ, ਤੈਨੂੰ ਹੁਣ ਭੱਜਣ ਵੀ ਨਹੀਂ ਦੇਣਾ ਇਹਨਾਂ ਨੇ। ਪਰ ਗੁਰੂ ਸਵਾਰਿਓ, ਮੈਂ ਇੱਕ ਬੇਨਤੀ ਕਰਨੀ ਚਾਹਨਾ, ਤੁਸੀਂ ਏਕਤਾ ਰੱਖਣੀ ਹੈ। ਕਿਸੇ ਤਰ੍ਹਾਂ ਦੀ ਵੀ ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ। ਅੱਜ ਤੱਕ ਗੁਰੂ ਨੇ ਕਿਰਪਾ ਕੀਤੀ, ਭਾਵੇਂ 70 ਤੋਂ ਵੱਧ ਸ਼ਹੀਦੀਆਂ ਹੋ ਗਈਆਂ, ਪਰ ਮੈਂ ਇੱਕ ਬੇਨਤੀ ਕਰਾਂ ਕਿ ਵੇਖੋ, ਤੁਸੀਂ ਜੇ ਤਰਤੀਬ ਵਿੱਚ ਤੁਰ ਪਏ, ਤਰਾਨਾ ਬਦਲ ਜਾਏਗਾ, ਦੁਸ਼ਮਣ ਬਦਲ ਜਾਵਣਗੇ, ਜ਼ਮਾਨਾ ਬਦਲ ਜਾਏਗਾ। ਤੁਸੀਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ ਇੱਕ ਇਨਕਲਾਬ ਹੈ ਆਉਣਾ, ਜ਼ਮਾਨਾ ਬਦਲ ਜਾਏਗਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਅਸੀਂ ਇੱਕ ਹੋ ਕੇ ਤੁਰੀਏ ਹੋਏ, ਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੀ ਹੋਵੇ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਇੱਕ ਮੁੱਠ ਹੋ ਕੇ ਇਸ ਜੰਗ ਨੂੰ ਜਿੱਤ ਕੇ ਵਾਪਸ ਜਾਣਾ ਹੈ। ਤੇ ਗੁਰੂ ਸਵਾਰਿਓ, ਜੇ ਅਸੀਂ ਇਕੱਠੇ ਹੋ ਕੇ ਇਸੇ ਤਰ੍ਹਾਂ ਤੁਰੇ ਰਹੇ, ਫਿਰ ਇਹ ਆਰਜੂ ਮੇਰੀ रूप भर के 1000 फूल खिलाएगी, अगर बाग से इश्क है तो बहार भी आएगी। इन्नियां को बेनतियां प्रवान। भुल्लां चुकां दी खिमा। वाहिगुरू जी का खालसा, वाहिगुरू जी की फतेह।